हाँ जी स्टूडेंट्स, लास्ट टाइम ਤੁਸੀਂ ਮੋਲਰ ਕੰਡਕਟਿਵਿਟੀ ਜਾਂ ਮੋਲਰ ਕੰਡਕਟੈਂਸ ਦੇ ਬਾਰੇ ਡਿਸਕਸ ਕੀਤਾ ਸੀ, ਜਿਸ ਨੂੰ ਲੈਮਡਾ m ਦੇ ਨਾਲ ਡਿਨੋਟ ਕਰਦੇ ਹਾਂ। ਤੇ ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਰਿਲੇਸ਼ਨ ਬਿਟਵੀਨ ਮੋਲਰ ਕੰਡਕਟੈਂਸ ਐਂਡ ਸਪੈਸੀਫਿਕ ਕੰਡਕਟੈਂਸ। ਕੱਲ੍ਹ ਸਪੈਸੀਫਿਕ ਕੰਡਕਟੈਂਸ ਜਿਹਨੂੰ ਕੱਪਾ ਦੇ ਨਾਲ ਡਿਨੋਟ ਕਰਦੇ ਹਾਂ, ਇਹ ਆਪਾਂ ਡਿਸਕਸ ਕੀਤੀ ਸੀ, ਤੇ ਮੋਲਰ ਕੰਡਕਟੈਂਸ ਵੀ। ਤੇ ਇਹਨਾਂ ਦੋਨਾਂ ਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ, ਇਹ ਇੰਪੋਰਟੈਂਟ ਹੈ। ਇਸ 'ਤੇ ਬੇਸਡ ਨੂਮੈਰੀਕਲ ਵੀ ਆ ਜਾਂਦਾ ਹੈ। लिखा हुआ है एक डायरेक्ट रिलेशन द मोलर कंडक्टेंस दैट इज लैम्डा m is related to the specific conductance that is kappa, that is lambda m is equal to kappa upon c कंसनट्रेशन ਜਾਂ ਜਿਹਨੂੰ ਮੋਲੈਰਿਟੀ ਵੀ ਕਹਿੰਦੇ ਆ। ਜੇਕਰ ਤਾਂ ਵੋਲਿਊਮ ਜੋ ਹੈ ਲੀਟਰ ਦੇ ਵਿੱਚ ਲਿਆ ਜਾਵੇ ਫਿਰ ਇਹ ਰਿਲੇਸ਼ਨ ਹੁੰਦਾ ਹੈ। ਜੇ ਵੋਲਿਊਮ ਜੋ ਹੈ ਮਿਲੀ ਲੀਟਰ ਦੇ ਵਿੱਚ ਲਿਆ ਜਾਵੇ ਫਿਰ ਲੈਮਡਾ m is equal to kappa into 1000 upon c, ਫਿਰ ਇਹ ਰਿਲੇਸ਼ਨ ਲਿਆ ਜਾਂਦਾ ਹੈ। ਇਹ ਰਿਲੇਸ਼ਨ ਹੀ ਜ਼ਿਆਦਾਤਰ ਚੱਲਦਾ ਇਸ ਦਾ, ਕੱਪਾ ਇੰਟੂ 1000 ਅਪੋਨ ਸੀ। ਇਸ ਤੋਂ ਬਾਅਦ ਨੈਕਸਟ ਟੌਪਿਕ ਹੈ ਇਕੁਵਲੈਂਟ ਕੰਡਕਟਿਵਿਟੀ ਔਰ ਇਕੁਵਲੈਂਟ ਕੰਡਕਟੈਂਸ। ਜਿਵੇਂ ਮੋਲਰ ਕੰਡਕਟੈਂਸ ਹੁੰਦੀ ਹੈ ਉੱਥੇ ਮੋਲੈਰਿਟੀ ਲਈ ਜਾਂਦੀ ਹੈ, ਤੇ ਇਕੁਵਲੈਂਟ ਕੰਡਕਟੈਂਸ ਜਾਂ ਇਕੁਵਲੈਂਟ ਕੰਡਕਟਿਵਿਟੀ ਇੱਥੇ ਮੋਲੈਰਿਟੀ ਦੀ ਬਜਾਏ ਨੋਰਮੈਲਿਟੀ ਜੋ ਹੈ ਉਹ ਲਈ ਜਾਂਦੀ ਹੈ, ਜਿਹਦੇ ਵਿੱਚ ਇਕੁਵਲੈਂਟ ਵੇਟ ਜੋ ਹੈ ਲਿਆ ਜਾਂਦਾ ਹੈ। ਤੁਸੀਂ ਪਹਿਲਾਂ ਪੜ੍ਹਿਆ ਇਹ ਫਸਟ ਚੈਪਟਰ ਸੋਲਿਊਸ਼ਨ ਦੇ ਵਿੱਚ ਮੋਲੈਰਿਟੀ ਨੋਰਮੈਲਿਟੀ ਦੇ ਵਿੱਚ ਦੇਖਦੇ ਹਾਂ ਤੁਸੀਂ ਕਿ ਉੱਥੇ ਨੰਬਰ ਆਫ ਮੋਲਸ ਦੀ ਬਜਾਏ ਨੰਬਰ ਆਫ ਗ੍ਰਾਮ ਇਕੁਵਲੈਂਟਸ ਲਏ ਜਾਂਦੇ ਆ। ਸੋ ਇੱਥੇ ਇਕੁਵਲੈਂਟ ਕੰਡਕਟਿਵਿਟੀ ਦੇ ਵਿੱਚ ਸੀ ਦੀ ਬਜਾਏ ਇੱਥੇ ਸੀ ਇਕੁਵਲੈਂਟ ਲਈ ਜਾਂਦੀ ਹੈ, ਮੀਨਸ ਨੋਰਮੈਲਿਟੀ। ਡਾਇਰੈਕਟਲੀ ਐਨ ਵੀ ਲਿਖ ਲਿਆ ਜਾਂਦਾ ਨੋਰਮੈਲਿਟੀ, ਜਾਂ ਸੀ ਦੇ ਪੈਰਾਂ 'ਚ ਇਕੁਵਲੈਂਟ ਇਹ ਵੀ ਲਿਖ ਲਿਆ ਜਾਂਦਾ। ਲਿਖਿਆ ਹੋਇਆ ਇੱਥੇ ਦ ਕੰਡਕਟਿੰਗ ਪਾਵਰ ਆਫ ਆਲ ਦ ਆਇਨਸ produced by dissolving 1 gram equivalent of an electrolyte in solution is called equivalent conductance or equivalent conductivity। molar conductance ਦੇ ਵਿੱਚ ਪੜਿਆ ਸੀ produced by dissolving 1 mole of an electrolyte, ਤੇ ਇੱਥੇ ਹੈ produced by dissolving 1 gram equivalent। ਸੋ ਮੋਲ ਦੀ ਬਜਾਏ ਗ੍ਰਾਮ ਇਕੁਵਲੈਂਟ ਆ ਗਏ, ਤੁਹਾਨੂੰ ਮੈਂ ਦੱਸਿਆ। ਸੋ ਤੇ ਇਸ ਨੂੰ ਡਿਨੋਟ ਕੀਤਾ ਜਾਂਦਾ ਹੈ ਬਾਏ ਲੈਮਡਾ ਈ ਜਾਂ ਫਿਰ ਇੱਥੇ ਈ ਦੇ ਨਾਲ ਕਿਊ ਵੀ ਲਗਾ ਦਿੰਦੇ ਹਾਂ, ਲੈਮਡਾ ਈ ਕਿਊ। ਅਤੇ ਇਸੇ ਤਰ੍ਹਾਂ ਇੱਥੇ ਵੀ ਫਿਰ ਰਿਲੇਸ਼ਨ ਬਿਟਵੀਨ ਲੈਮਡਾ ਈ ਐਂਡ ਸਪੈਸੀਫਿਕ ਕੰਡਕਟੈਂਸ, ਈ ਜਾਂ ਤੁਹਾਨੂੰ ਦੱਸਿਆ ਈ ਕਿਊ ਇਕੁਵਲੈਂਟ ਲਿਖ ਸਕਦੇ ਹਾਂ, ਸਪੈਸੀਫਿਕ ਕੰਡਕਟੈਂਸ ਉਸੇ ਤਰ੍ਹਾਂ ਕੱਪਾ। ਸੋ ਇਹ ਦੋਨੋਂ ਵੀ ਇਸੇ ਤਰ੍ਹਾਂ ਰਿਲੇਸ਼ਨ 'ਚ ਹੁੰਦੀਆਂ ਨੇ। ਲੈਮਡਾ ਇਜ਼ ਇਕੁਅਲ ਟੂ ਕੱਪਾ ਇੰਟੂ 1000 ਅਪੋਨ ਸੀ ਇਕੁਵਲੈਂਟ ਲਿਖਿਆ ਹੋਇਆ ਇੱਥੇ, ਵੇਅਰ ਸੀ ਇਕੁਵਲੈਂਟ ਇਜ਼ ਦਾ ਮੋਲਰ ਕੰਸਨਟ੍ਰੇਸ਼ਨ ਆਫ ਇਲੈਕਟ੍ਰੋਲਾਈਟ ਇਨ ਗ੍ਰਾਮ ਇਕੁਵਲੈਂਟਸ, ਜਿਹਨੂੰ ਨੋਰਮੈਲਿਟੀ ਦੇ ਨਾਲ ਡਿਨੋਟ ਕੀਤਾ ਜਾਂਦਾ। ਜੇ ਇੱਥੇ ਡਾਇਰੈਕਟਲੀ ਵੀ ਤੁਸੀਂ ਸੀ ਇਕੁਵਲੈਂਟ ਇਜ਼ ਦਾ ਨੋਰਮੈਲਿਟੀ ਆਫ ਸੋਲਿਊਸ਼ਨ ਇਹ ਵੀ ਤੁਸੀਂ ਲਿਖ ਸਕਦੇ ਆ। ਸੋ ਇਹ ਕੁਛ ਟਰਮਸ ਨੇ ਜੋ ਸਾਡੇ ਕੋਲ ਇੱਥੇ ਯੂਜ਼ ਹੁੰਦੀਆਂ ਨੇ। ਅਤੇ ਇਸ ਤੋਂ ਬਾਅਦ ਇੱਕ ਬਹੁਤ ਤੁਹਾਡਾ ਇੰਪੋਰਟੈਂਟ ਟੌਪਿਕ ਹੈ ਜੋ ਆਪਾਂ ਇੱਥੇ ਡਿਸਕਸ ਕਰਾਂਗੇ ਇਸ ਚੈਪਟਰ ਦਾ। ਇਸ 'ਤੇ ਚੈਪਟਰ 'ਤੇ ਬੇਸਡ ਨੂਮੈਰੀਕਲਸ ਵੀ ਆਉਂਦੇ ਆ, ਅਤੇ ਚੈਪਟਰ ਵੈਸੇ ਵੀ ਪੇਪਰਾਂ ਦੇ ਵਿੱਚ ਆ ਜਾਂਦਾ, ਇਸ ਦੀ ਡੈਫੀਨੇਸ਼ਨ ਵੀ ਆ ਜਾਂਦੀ ਹੈ। ਇਹ ਹੈ ਕੋਹਲ-ਰਸਚ ਲਾ, KOHLRAUSCH, ਕੋਹਲ-ਰਸਚ ਲਾ। ਕੋਹਲ-ਰਸਚ ਲਾ ਕੀ ਦੱਸਦਾ, ਪਹਿਲਾਂ ਡੈਫੀਨੇਸ਼ਨ ਪੜ੍ਹਦੇ ਹਾਂ ਇਹਦੀ। ਇਟ ਇਜ਼ ਡਿਫਾਈਨਡ ਐਜ਼ ਐਟ ਇਨਫਾਈਨਾਈਟ ਡਿਲਿਊਸ਼ਨ when the dissociation is complete then each ion of the electrolyte ਲਿਖ ਸਕਦੇ ਹੋ ਤੁਸੀਂ ਇੱਥੇ, each ion of the electrolyte ਇਹ ਇੱਥੇ ਤੁਸੀਂ ਲਿਖ ਸਕਦੇ ਹੋ, makes a definite contribution towards the molar conductivity of the electrolyte irrespective of the nature of the other ion with which it is ਐਸੋਸੀਏਟਡ। ਕੀ ਮਤਲਬ ਇਹਦਾ, ਐਟ ਇਨਫਾਈਨਾਈਟ ਡਿਲਿਊਸ਼ਨ, ਕਿ ਜਦੋਂ ਕਿਸੇ ਸੋਲਿਊਸ਼ਨ ਨੂੰ ਬਿਲਕੁਲ ਇਨਫਾਈਨਾਈਟਲੀ ਡਿਲਿਊਟ ਕਰ ਦਿੱਤਾ ਜਾਵੇ, ਵੈਨ ਦਾ ਡਿਸੋਸੀਏਸ਼ਨ ਇਜ਼ ਕੰਪਲੀਟ, ਅਤੇ ਉਹਦੀ ਡਿਸੋਸੀਏਸ਼ਨ ਆਇਨਸ ਦੇ ਵਿੱਚ ਉਸਦਾ ਟੁੱਟਣਾ ਬੰਦ ਹੋ ਜਾਵੇ। ਕਿਉਂਕਿ ਜਦੋਂ ਕੰਪਲੀਟਲੀ ਉਹਨੂੰ ਡਿਲਿਊਟ ਕਰ ਲਿਆ ਤਾਂ ਫਿਰ ਉਹਦੇ ਵਿੱਚ ਆਇਨਸ ਜੋ ਬਿਲਕੁਲ ਸਾਰੇ ਦੇ ਸਾਰੇ ਜੋ ਹੈ ਟੁੱਟ ਜਾਂਦੇ ਆ, ਪੋਜ਼ੀਟਿਵ ਅਤੇ ਨੈਗੇਟਿਵ ਆਇਨਸ ਸਾਰੇ ਦੇ ਸਾਰੇ ਬਰਾਬਰ ਰੇਸ਼ੋ 'ਚ ਆ ਜਾਂਦੇ ਆ। ਟੁੱਟ ਜਾਂਦਾ ਮੀਨਸ ਸੋਲਿਊਸ਼ਨ। ਦੈਨ ਈਚ ਆਇਨ ਆਫ ਦਾ ਇਲੈਕਟ੍ਰੋਲਾਈਟ, ਫਿਰ ਉਸ ਇਲੈਕਟ੍ਰੋਲਾਈਟ ਸੋਲਿਊਸ਼ਨ ਦਾ ਹਰ ਇੱਕ ਆਇਨ, ਮਤਲਬ ਜਿੰਨੇ ਟੋਟਲ ਆਇਨਸ ਬਣ ਸਕਦੇ ਸੀ ਉਹਨੇ ਬਣ ਗਏ, ਅਤੇ ਉਹ ਇਕੱਲਾ ਆਇਨ ਮੇਕਸ ਏ ਡੈਫੀਨੇਟ ਕੰਟਰੀਬਿਊਸ਼ਨ, ਉਹ ਆਪਣਾ ਇੱਕ ਬਿਲਕੁਲ ਡੈਫੀਨੇਟ ਯੋਗਦਾਨ ਪਾਉਂਦਾ ਹੈ। ਕਾਹਦੇ ਲਈ, ਟੂਵਰਡਸ ਦਾ ਮੋਲਰ ਕੰਡਕਟਿਵਿਟੀ ਆਫ ਦਾ ਇਲੈਕਟ੍ਰੋਲਾਈਟ, ਉਸ ਇਲੈਕਟ੍ਰੋਲਾਈਟ ਦੀ ਮੋਲਰ ਕੰਡਕਟਿਵਿਟੀ ਦੱਸਣ ਦੇ ਵਿੱਚ ਉਹ ਆਪਣਾ ਪੂਰੇ ਦਾ ਪੂਰਾ ਯੋਗਦਾਨ ਪਾਉਂਦੇ ਨੇ ਆਇਨਸ,
irrespective of the nature of the other ion with which it is associated। ਤੇ irrespective means ਇੱਕ ਜੋ ਆਇਨ ਹੈ ਉਹ ਦੂਜੇ ਆਇਨ ਦੇ ਉੱਤੇ ਬਿਲਕੁਲ ਡਿਪੈਂਡ ਨਹੀਂ ਕਰਦਾ। ਹਰ ਇੱਕ ਆਇਨ ਇੰਡੀਵਿਜੂਅਲੀ ਆਪਣੀ ਆਪਣੀ ਜੋ ਕੰਟਰੀਬਿਊਸ਼ਨ ਹੈ ਉਹ ਕਿਸੇ ਵੀ ਸੋਲਿਊਸ਼ਨ ਦੀ ਮੋਲਰ ਕੰਡਕਟਿਵਿਟੀ ਦੱਸਣ ਦੇ ਲਈ ਆਪਣਾ ਇੰਡੀਵਿਜੂਅਲੀ ਹਿੱਸਾ ਪਾਉਂਦੇ ਆ। ਮੀਨਸ ਕੱਲਾ ਕੱਲਾ ਆਇਨ ਜੋ ਹੈ ਉਹ ਪਾਰਟੀਸਪੇਟ ਕਰਦਾ ਹੈ ਟੂਵਰਡਸ ਮੋਲਰ ਕੰਡਕਟਿਵਿਟੀ। ਤੇ ਇੱਥੇ ਇੱਕ ਇਸ ਦਾ ਫਿਰ ਜੋ ਕਹਿ ਸਕਦੇ ਹਾਂ ਕਿ ਮੈਥੇਮੈਟੀਕਲ ਐਕਸਪ੍ਰੈਸ਼ਨ ਇੱਕ ਤਰ੍ਹਾਂ ਦਿੱਤਾ ਹੋਇਆ ਸਾਡੇ ਕੋਲ। ਆ ਇੱਥੇ ਇੱਕ ਵਰਡ ਦੱਸਿਆ ਹੋਇਆ ਲੈਮਡਾ ਦੇ ਉੱਪਰ 0 ਪਾਈ ਹੋਈ ਹੈ ਨੋਡ। ਲੈਮਡਾ ਨੋਡ ਇਹਨੂੰ ਨਾਮ ਦਿੱਤਾ ਜਾਂਦਾ ਹੈ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲਿਊਸ਼ਨ। ਤੇ ਇੱਥੇ ਦੱਸਿਆ ਹੋਇਆ ਕਿ ਜੇਕਰ NaCl ਦਾ ਸੋਲਿਊਸ਼ਨ ਹੋਵੇ ਤੇ NaCl ਦੇ ਸੋਲਿਊਸ਼ਨ ਦੇ ਲਈ ਜੇਕਰ ਕੋਹਲਰਸ ਲਾ ਦੇ ਅਕੋਰਡਿੰਗ ਆਪਾਂ ਲੈਮਡਾ ਨੋਡ ਪਤਾ ਕਰਨੀ ਹੋਵੇ, ਲੈਮਡਾ ਨੋਡ ਮੀਨਸ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲਿਊਸ਼ਨ ਨਾਲ ਲਿਖਿਆ ਹੋਇਆ ਮੋਲਰ ਕੰਡਕਟਿਵਿਟੀ ਮਤਲਬ ਉਸ ਸਮੇਂ ਜਦੋਂ ਇਨਫਾਈਨਾਈਟ ਡਿਲਿਊਸ਼ਨ ਹੋਈ ਵੀ ਹੋਵੇ। ਸੋ ਕੋਹਲਰਸ ਲਾ ਜੋ ਹੈ ਉਹ ਲੈਮਡਾ ਨੋਡ ਦੇ ਬਾਰੇ ਹੀ ਦੱਸਦਾ। ਸੋ NaCl ਜੋ ਹੈ ਇੱਕ ਸਟਰੋਂਗ ਇਲੈਕਟ੍ਰੋਲਾਈਟ ਹੈ ਤੇ ਪੜ੍ਹਿਆ ਸੀ ਤੁਸੀਂ ਸਟਰੋਂਗ ਇਲੈਕਟ੍ਰੋਲਾਈਟਸ ਜਿਹੜੇ ਨੇ ਉਹਨਾਂ ਦੀ ਕੰਪਲੀਟ ਡਿਸੋਸੀਏਸ਼ਨ ਹੋ ਜਾਂਦੀ ਹੈ ਆਇਨਸ ਦੇ ਵਿੱਚ। ਸੋ ਇਟ ਮੀਨਸ ਜੇਕਰ ਇਹਦੀ ਲੈਮਡਾ M ਨੋਡ ਜਾਂ ਲੈਮਡਾ ਨੋਡ ਇਨਫਾਈਨਾਈਟ ਡਿਲਿਊਸ਼ਨ ਤੇ ਇਹਦੀ ਮੋਲਰ ਕੰਡਕਟੈਂਸ ਪਤਾ ਕਰਨੀ ਹੋਵੇ ਤਾਂ ਇਹ ਕਾਹਦੇ ਬਰਾਬਰ ਹੋਊਗੀ, ਲੈਮਡਾ ਨੋਡ Na ਪੋਜ਼ਿਟਿਵ ਪਲੱਸ ਲੈਮਡਾ ਨੋਡ Cl ਨੈਗੇਟਿਵ। ਕਿ ਜਿੰਨੇ ਵੀ ਸੋਡੀਅਮ ਆਇਨਸ ਨੇ ਉਹਨਾਂ ਸਾਰਿਆਂ ਦੀ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲਿਊਸ਼ਨ ਪਲੱਸ ਜਿੰਨੇ ਵੀ ਕਲੋਰਾਈਡ ਆਇਨਸ ਨੇ ਉਹਨਾਂ ਸਾਰਿਆਂ ਦੀ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲਿਊਸ਼ਨ। ਵੈਸੇ ਤਾਂ ਦੇਖਣ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਲਾ ਤਾਂ ਬੜਾ ਸਿੰਪਲ ਹੈ, ਡੈਫੀਨੇਸ਼ਨ ਜੋ ਹੈ ਬਿਲਕੁਲ ਐਂ ਲੱਗਦੀ ਹੈ ਸਾਨੂੰ ਕਿ ਕੰਪਲੈਕਸ ਜੀ ਹੁੰਦੀ ਹੈ, ਬਟ ਲਾ ਬੜਾ ਸੌਖਾ ਹੈ ਕਿ ਜੇਕਰ ਕੋਈ ਸਟਰੋਂਗ ਇਲੈਕਟ੍ਰੋਲਾਈਟ ਹੈ ਤਾਂ ਉਸਦੀ ਜੋ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਿਲਿਊਸ਼ਨ ਹੈ ਉਹ ਕਾਹਦੇ ਬਰਾਬਰ ਹੋਏਗੀ ਕਿ ਇਕੱਲੇ ਆਇਨਸ ਜਿਹੜੇ ਨੇ ਉਹਨਾਂ ਦੀ ਮੋਲਰ ਕੰਡਕਟੈਂਸ ਦਾ ਜੋੜ। ਇਹ ਬੜਾ ਸਿੰਪਲ ਜਿਹਾ ਕੰਮ ਹੈ ਇਹਦੇ 'ਚ। ਤੇ ਇਸੇ ਤਰ੍ਹਾਂ ਲੈਮਡਾ ਨੋਡ HCl ਇਹ ਵੀ ਸਟਰੋਂਗ ਇਲੈਕਟ੍ਰੋਲਾਈਟ ਹੁੰਦਾ ਹੈ ਤੇ ਇਹ ਵੀ ਕਾਹਦੇ ਬਰਾਬਰ ਹੈ, ਲੈਮਡਾ ਨੋਡ H ਪੋਜ਼ਿਟਿਵ ਜਿੰਨੇ ਵੀ H ਪੋਜ਼ਿਟਿਵ ਆਇਨਸ ਨੇ ਸਾਰਿਆਂ ਦੀ ਮੋਲਰ ਕੰਡਕਟੈਂਸ ਪਲੱਸ ਲੈਮਡਾ ਨੋਡ Cl ਨੈਗੇਟਿਵ। ਤੇ ਇਸੇ ਤਰ੍ਹਾਂ CH3COONA ਸੋਡੀਅਮ ਐਸੀਟੇਟ ਇਸ ਦੀ ਮੋਲਰ ਕੰਡਕਟੈਂਸ ਦੇਖਣੀ ਹੋਵੇ ਤਾਂ ਇਹ ਕਾਹਦੇ ਬਰਾਬਰ ਹੈ, ਲੈਮਡਾ ਨੋਡ CH3COO ਨੈਗੇਟਿਵ ਐਸੀਟੇਟ ਆਇਨਸ ਦੀ ਮੋਲਰ ਕੰਡਕਟੈਂਸ ਪਲੱਸ ਸੋਡੀਅਮ ਆਇਨਸ ਦੀ ਮੋਲਰ ਕੰਡਕਟੈਂਸ। ਸੋ ਇਹ ਹੈ ਕੋਹਲਰਸ ਲਾ ਤੇ ਬਹੁਤ ਇੰਪੋਰਟੈਂਟ ਟੌਪਿਕ ਹੈ। ਅੱਜ ਦੇ ਲਈ ਇੰਨਾ ਟੌਪਿਕ ਸਹੀ ਤੇ ਨੈਕਸਟ ਟੌਪਿਕ ਜੋ ਹੈ ਤੁਹਾਡੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।